ਲਾ ਇਲਾਹਾ ਇल्लल्लाह ਮੁਹੰਮਦ ਰਸੂਲullah। ਕੋਈ ਦਿਲ ਦੇ ਵਿੱਚ ਮਿਰਜ਼ਾ ਗੁਲਾਮ ਅਹਿਮਦ ਮੈਨੂੰ ਨਹੀਂ ਕਿਹਾ ਗਿਆ ਕਿ ਅੰਦਰ ਤੂੰ ਮਿਰਜ਼ਾ ਗੁਲਾਮ ਅਹਿਮਦ ਨੂੰ ਕਹਿਣਾ, ਉੱਤੋਂ ਤੂੰ ਲਾ ਇਲਾਹਾ, ਇਹ ਮੈਨੂੰ ਨਹੀਂ ਕਿਹਾ ਗਿਆ। ਜਿਹੜਾ ਸ਼ਖਸ ਅਹਿਮਦੀ ਮੈਨੂੰ ਇਹ ਲਫ਼ਜ਼ ਕਵੇ, ਸਭ ਤੋਂ ਪਹਿਲੇ ਤਾਂ ਮੈਂ ਉਹਨੂੰ ਥਾਂ ਮਾਰ ਦਿਆਂ। ਪਾਕਿਸਤਾਨ 'ਚ ਸੁੰਨੀ ਸਾਰੇ ਆਸ਼ਕ ਨੇ, ਅਮਲ ਆਨੇ ਦਾ ਨਹੀਂ, ਲੇਕਿਨ ਆਸ਼ਕ ਸਾਰੇ ਨੇ। ਔज़ बिल्लाहि मिनश शैतानिर रजीम, बिस्मिल्लाहिर रहमानिर रहीम। ਖਾਕਸਰ ਦਾ ਨਾਂ ਸ਼ੇਖ ਸ਼ੌਕਤ ਅਲੀ ਹੈ। ਲਾਇਲਪੁਰ ਫੈਸਲਾਬਾਦ ਦੇ ਵਿੱਚ ਜਿਸ ਵਕਤ ਮੈਂ ਪੈਦਾ ਹੋਇਆ ਉਹ ਲਾਇਲਪੁਰ ਸੀ, ਅਤੇ ਬਾਅਦ 'ਚੋਂ ਨਾਂ ਰੱਖਿਆ ਗਿਆ ਫੈਸਲਾਬਾਦ। ਅਤੇ ਮੈਂ ਜਮਾਤ ਅਹਿਮਦੀਆ 'ਚ ਦਾਖਲ ਹੋਣ ਵਾਸਤੇ ਜੋ ਅੱਲਾਹ ਤਾਲਾ ਨੇ ਮੈਨੂੰ ਪਹਿਲੇ ਤਿਆਰ ਕੀਤਾ, ਅਤੇ ਉਹਦੇ ਵਿੱਚ ਮੇਰੇ ਖਾਲੂ ਖਾਲਾ ਅਹਿਮਦੀ ਸਨ। ਉਹ ਮੈਨੂੰ ਬਚਪਨ ਦੇ ਵਿੱਚ ਨਾ, ਅਤੇ 8-9 ਸਾਲ ਦੀ ਉਮਰ ਦੇ ਵਿੱਚ ਉਹ ਮੈਨੂੰ ਰਵਾ ਲੈ ਜਾਂਦੇ ਸਨ ਜਲਸੇ 'ਤੇ। ਜਲਸੇ 'ਤੇ ਮੈਨੂੰ ਲੈ ਜਾਂਦੇ ਸਨ, ਅਤੇ ਮੈਂ ਪਹਾੜੀ ਉੱਥੇ ਕਿਹੜੀਆਂ ਰਵੇ ਦੀਆਂ ਪਹਾੜੀਆਂ ਨੇ ਨਾ, ਮੈਂ ਫਲ ਫਰੂਟ ਲੈ ਕੇ ਨਾ ਅਤੇ ਪਹਾੜੀ 'ਤੇ ਚਲ ਜਾਂਦਾ ਸਾਂ। ਪਹਾੜੀ 'ਤੇ ਜਾ ਕੇ ਨਾ, ਅਤੇ ਉੱਥੇ ਖੁਦਾਮਾਂ ਦੀਆਂ ਡਿਊਟੀਆਂ ਹੁੰਦੀਆਂ ਸਨ। ਕਾਲਾ ਅਤੇ ਸਫੈਦ ਰੁਮਾਲ, ਇੱਕ ਬੈਜ ਅਤੇ ਹੱਥ 'ਚ ਡੰਡਾ। ਉਹ ਗੈਰ ਅਹਿਮਦੀ ਅਗਰ ਉੱਥੇ ਆਉਣ, ਕੋਈ ਸ਼ਰਾਰਤ ਕਰੇ, ਉਹਨਾਂ ਵਾਸਤੇ ਹੁੰਦੇ ਸਨ। ਅਤੇ ਮੈਂ ਉੱਥੇ ਬੈਠਾ ਹੋਣਾ, ਉੱਥੇ ਮੈਂ ਫਰੂਟ ਖਾਂਦੇ ਰਹਿਣਾ। ਮੇਰੇ ਖਾਲੂ ਖਾਲਾ ਨੇ ਕਿ ਤੂੰ ਸ਼ਾਮ ਨੂੰ ਇੱਥੇ ਆ ਜੀ, ਸੈਰ ਕਰ। ਅਤੇ ਉਹ ਲੈ ਕੇ ਜਾਂਦੇ ਰਹੇ। ਫਿਰ ਇਸ ਤਰ੍ਹਾਂ ਹੋਇਆ ਕਿ ਮੇਰਾ ਸਾਊਦੀ ਅਰਬ ਦੇ ਵਿੱਚ ਨਾ, ਮੈਂ ਉੱਥੇ ਚਲਾ ਗਿਆ। ਉੱਥੇ ਮੈਂ 6 ਸਾਲ ਰਿਹਾ। 6 ਸਾਲ ਦੇ ਵਿੱਚ 8-9 ਉਮਰੇ ਕੀਤੇ, 4 ਹੱਜ ਕੀਤੇ। ਅਤੇ ਹਲਚਲ ਇਹੀ ਸੀਗੀ ਕਿ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah। ਅਤੇ ਮੈਨੂੰ ਪੜ੍ਹਾਇਆ ਕਿ ਤੂੰ ਮੁਸਲਮਾਨ ਆ, ਤੂੰ ਮੁਸਲਮਾਨਾਂ ਦੇ ਘਰ ਪੈਦਾ ਹੋਇਆ। ਅਤੇ ਹਲਚਲ ਇਹੀ ਸੀਗੀ ਕਿ ਰੱਬ ਕਿੱਥੇ ਆ। ਸਾਊਦੀ ਅਰਬ 6 ਸਾਲ ਤੋਂ ਬਾਅਦ ਫਿਰ ਆ ਗਿਆ ਮੈਂ ਪਾਕਿਸਤਾਨ। ਫਿਰ ਪਾਕਿਸਤਾਨ ਮਜ਼ਾਰਾਂ ਅਤੇ ਪੀਰਾਂ ਅਤੇ ਧਮਾਲਾਂ, ਫਿਰ ਸ਼ੀਆ ਗਰੁੱਪ, ਫਿਰ ਸੁੰਨੀ ਗਰੁੱਪ, ਯਾਨੀ ਕਿ ਜਿੱਥੇ ਵੀ ਜਾਣਾ ਕਿ ਉਸ ਪੀਰ ਦੀ ਦਰਗਾਹ 'ਤੇ ਚੱਲੋ, ਉਸ ਪੀਰ ਦੀ ਦਰਗਾਹ ਤੇ ਚੱਲੋ। ਜ਼ੁਬਾਨ 'ਚ ਥੋੜ੍ਹੀ ਲੁਗਣਾ, ਅਤੇ ਅਗਰ ਕੋਈ ਲਫ਼ਜ਼ ਦੀ ਅਦਾਇਗੀ 'ਚ ਕੁਛ ਹੋ ਜਾਵੇ ਤਾਂ ਮਾफ़ ਕਰਨਾ। ਇਸ ਤਰ੍ਹਾਂ ਚੱਲਦੇ ਅਤੇ ਮੇਰੇ ਖਾਲੂ ਖਾਲਾ ਦੇ ਘਰ ਨਾਲ 1974 ਦੇ ਵਿੱਚ ਜਲੂਸ ਆ ਗਿਆ। ਮੈਂ ਉਹਨਾਂ ਦੇ ਘਰ ਹੀ ਬੈਠਾ ਸਾਂ, ਬਾਕੀ ਰਿਸ਼ਤੇਦਾਰ ਸਭ ਦੌੜ ਗਏ, ਮੈਂ ਬੈਠਾ। ਮੈਨੂੰ ਮੇਰੇ ਖਾਲੂ ਖਾਲਾ ਕਹਿੰਦੇ ਤੂੰ ਵੀ ਦੌੜ ਜਾ। ਮੈਂ ਉਹਦਾ ਔਲਾਦ ਨਹੀਂ ਸੀ, ਉਹਨਾਂ ਨੇ ਮੈਨੂੰ ਬਣਾਇਆ ਸੀ ਪੁੱਤਰ। ਮੈਂ ਕਿਹਾ ਪੁੱਤਰ ਬਣਾਇਆ, ਮੈਂ ਦੌੜ ਜਾ। ਮੈਂ ਥੋੜ੍ਹਾ ਅਸਲਾ ਵਗੈਰਾ ਇਸਤੇਮਾਲ ਕਰਨ ਵਾਲਾ ਬੰਦਾ ਸਾਂ, ਫਾਇਰ ਫੂਲ ਜੇ। ਉਹ ਖੁਦਾ ਦੇ ਫਜ਼ਲ ਨਾਲ ਇੱਕ ਰੰਗ ਦੇ ਵਿੱਚ ਜਲੂਸ ਮੈਂ ਅੱਗੇ ਲਾ ਤਾ। ਮੇਰੇ ਖਾਲੂ ਖਾਲਾ ਬੜੇ ਖੁਸ਼ ਹੋਏ, ਮੈਨੂੰ ਥਾਪੀ ਦਿੱਤੀ, ਤੈਨੂੰ ਰੱਬ ਅਹਿਮਦੀ ਕਰੇਗਾ। ਇਸ 74 ਦੇ ਵਿੱਚ ਮੈਨੂੰ ਥਾਪੀ ਦਿੱਤੀ। ਮੈਂ ਕਿਹਾ ਮੈਨੂੰ ਵੀ ਆਣ ਕੇ ਲੋਕ ਕੁੱਟਣਗੇ। ਕਹਿੰਦਾ ਇਹ 'ਚ ਕੁੱਟ 'ਚ ਬੜਾ ਮਜ਼ਾ ਜੀ। ਇਹ ਗੈਪ ਪੈ ਜਾਂਦਾ, ਮੈਂ ਸਾਊਦੀ ਅਰਬ ਆ ਜਾਂਦਾ। ਉਸ ਤੋਂ ਬਾਅਦ 6-7 ਸਾਲ ਬਾਅਦ ਮੈਂ ਵਾਪਸ ਜਾਂਦਾ। ਫਿਰ ਮਜ਼ਾਰਾਂ 'ਤੇ ਪੀਰਾਂ 'ਤੇ ਉੱਥੇ ਦਾਤਾ, ਉੱਥੇ ਸ਼ੀਆਂ 'ਚ, ਕਦੀ ਸੁੰਨੀਆਂ 'ਚ, ਕਦੀ ਅਹਿਲ ਹਦੀਸ। ਇੱਕ ਗਰੁੱਪ ਹੈਗਾ, ਉਹ ਰਾਤ ਨੂੰ ਰੂਮ ਦੇ ਵਿੱਚ ਅੰਧੇਰਾ ਕਰਕੇ ਨਾ ਅੱਲਾਹੂ ਉਹਨਾਂ 'ਚ। ਅਤੇ ਦਿਲ ਨੂੰ ਯਕੀਨ ਨਾ ਆਏ, ਅਤੇ ਬਸ ਇੱਕੋ ਹੀ ਚੀਜ਼ ਸੀ ਕਿ ਰੱਬ ਕਿੱਥੇ ਆ। ਇਸੇ ਤਰ੍ਹਾਂ ਮੈਂ ਹਾਂਗਕਾਂਗ ਜਾਂਦਾ। ਹਾਂਗਕਾਂਗ ਦੇ ਵਿੱਚ ਉੱਥੇ ਮੇਰੇ ਨਾਲ ਹੋ ਜਾਂਦਾ ਫਰਾਡ ਹੋ ਜਾਂਦਾ, ਪੈਸਾ ਸਾਰਾ ਮੇਰਾ ਖਤਮ ਹੋ ਜਾਂਦਾ।
ਮੈਂ ਨਾ ਉੱਥੇ ਹੋਟਲ ਦਾ ਕਿਰਾਇਆ ਦਿੱਤਾ ਹੋਇਆ ਸੀ ਰੋਟੀ ਖਾਣ ਵਾਸਤੇ, ਕੋਈ ਪੈਸਾ ਨਹੀਂ ਸੀ। ਮੈਂ ਬਾਗ 'ਚ ਬੈਠਾ ਸਾਂ ਹਾਂਗਕਾਂਗ, ਅਤੇ ਸਿਗਰਟ ਪੀਣ ਦੀ ਆਦਤ ਸੀਗੀ, ਅਤੇ ਸਿਗਰਟ ਇੱਕ ਬੰਦੇ ਨੇ ਅੱਧਾ ਕੁ ਪੀਤਾ, ਜ਼ਮੀਨ 'ਤੇ ਸੁੱਟ ਦਿੱਤਾ। ਉਹ ਮੈਂ ਅੱਧਾ ਸਿਗਰਟ ਚੁੱਕ ਕੇ ਨਾ, ਅਤੇ ਇੱਕ ਬੰਦਾ ਬੈਠਾ ਹੈ, ਅਤੇ ਉਹਨੂੰ ਕਿਹਾ ਯਾਰ ਮੈਨੂੰ ਸਿਗਰਟ, ਉਹਨੇ ਸਿਗਰਟ ਦੇਖਿਆ ਨਾ ਕਿ ਸਿਗਰਟ ਸੁੱਟ ਦੇ। ਉਹਨੇ ਨਵਾਂ ਸਿਗਰਟ ਦਿੱਤਾ ਅਤੇ ਕਹਿੰਦਾ ਕਿੱਥੋਂ? ਮੈਂ ਕਿਹਾ ਫੈਸਲਾਬਾਦ ਲੈਲਪੁਰ। ਉਹ ਕਹਿੰਦਾ ਅੱਛਾ ਅੱਛਾ ਅੱਛਾ, ਮੈਂ ਵੀ ਲੈਲਪੁਰ ਦਾ, ਕਿਸ ਤਰ੍ਹਾਂ ਆਇਆ? ਉਹਨੇ ਮੈਂ ਸਾਰੀ ਸਟੋਰੀ ਸੁਣਾਈ। ਅਤੇ ਮੈਂ ਕਿਹਾ ਮੇਰਾ ਨਾਨਕੇ ਦਾਦਕੇ ਦੇ ਵਿੱਚ MD ਹੈ ਸਨ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਫੈਸਲਾ ਫਲਾਣੇ MD ਮੁਰਾਦ ਵਾਲੇ ਜਾਣਦੇ ਹੋ? ਮੈਂ ਕਿਹਾ ਮੈਂ ਉਹਨਾਂ ਦਾ ਪੋਤਾ ਹੈਗਾ। ਅਤੇ ਕਹਿੰਦਾ ਅੱਛਾ ਅੱਛਾ, ਤੂੰ ਮੁਰਾਦ ਦਾ ਪੋਤਾ? ਕਹਿੰਦਾ ਆਹੋ। ਅਤੇ ਫਿਰ ਹੁਣ ਕਹਿੰਦਾ ਕਿਸ ਤਰ੍ਹਾਂ? ਮੈਂ ਕਿਹਾ, ਕਹਿੰਦਾ ਉਹ ਤਾਂ ਮਰਜ਼ਈ ਨੇ, ਉਹ ਤਾਂ MD ਨੇ, ਅਤੇ ਮਗਰ ਇੱਕ ਚੀਜ਼ ਮੈਂ ਦੇਖੀ ਹੈ, ਮੈਂ ਇੱਕ ਮਸਜਿਦ ਨੂੰ ਲੰਘਦਾ ਪਿਆ, ਅਤੇ ਮੈਂ ਉੱਥੇ ਨਾ ਸਪੀਕਰ ਕੋਈ ਨਹੀਂ ਸੀ, ਅਤੇ ਉਹ ਕਹਿੰਦੇ ਉਹ ਖੁਤਬਾ ਦੇ ਰਿਹਾ। ਮੈਂ ਉਹਨਾਂ ਕੋਲ ਪੁੱਛਿਆ ਕਿ ਇਹ ਸਪੀਕਰ ਤੋਂ ਬਗੈਰ ਖੁਤਬਾ ਕਿਉਂ ਦੇ ਰਹੇ ਨੇ? ਕਹਿੰਦੇ ਸਾਡੇ ਤਾਂ ਆਰਡੀਨੈਂਸ ਹੈ, ਅਤੇ ਇੰਝ ਅਤੇ ਇੰਝ। ਉਹ ਆਮਦੀਆਂ ਦੀਆਂ ਗੱਲਾਂ ਸੁਣੀ ਕਿ ਮੈਂ ਹਮਾਇਤ ਕਰੀ ਜਾਵਾਂ। ਮੈਂ ਕਿਹਾ ਹਾਂ ਬਿਲਕੁਲ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ। ਉਹ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ। ਉਸ ਤੋਂ ਬਾਅਦ ਮੈਂ ਹੋਟਲ ਚਲ ਗਿਆ, ਅਤੇ ਉਹ ਆਪਣੇ ਹੋਟਲ ਚਲ ਗਿਆ, ਸੋ ਗਏ ਹਾਂ। ਹੁਣ ਖੁਦਾ ਤਾਲਾ ਮੈਨੂੰ ਆਮਦੀਅਤ ਦੇ ਵਿੱਚ ਦਾਖਲ ਕਰ ਲਵਾਂਗਾ। ਆਮਦੀਅਤ ਦੇ ਵਿੱਚ ਮੈਨੂੰ ਦਾਖਲ ਉਸ ਰਾਤ ਮੈਨੂੰ ਮੇਰੇ ਕਿਸੇ ਖਾਲੂ ਨੇ 1974 ਦੇ ਵਿੱਚ ਜਿਹੜਾ ਮੈਨੂੰ ਮਾਰੇ ਸੀ ਨਾ ਸਭੀ, ਤੈਨੂੰ ਰੱਬ MD ਕਰੇਗਾ, ਉਹ ਉਸ ਵਕਤ ਹੋ ਲੰਗੀ। ਮੈਂ ਖਾਬ ਕੀ ਵੇਖਦਾ ਪਿਆ, ਰਵੇ ਦੀਆਂ ਪਹਾੜੀਆਂ ਚਾਰੋਂ ਤਰਫ ਨੇ, ਰਵੇ ਦੀਆਂ ਪਹਾੜੀਆਂ ਚਾਰੋਂ ਤਰਫ। ਉਹਦੇ ਵਿੱਚ ਨਾ ਮੈਂ ਮੈਦਾਨ ਹੈ, ਅਤੇ ਹਲਕੀ ਹਲਕੀ ਪੌਂ ਫੁੱਟਦੀ ਪਈ ਹੈ, ਥੋੜ੍ਹੀ ਥੋੜ੍ਹੀ ਰੋਸ਼ਨੀ ਹੋ ਰਹੀ ਹੈ। ਮੈਂ ਗੌਰ ਨਾਲ ਵੇਖਦਾ ਅਤੇ ਬੇਸ਼ੁਮਾਰ ਮੌਲਵੀ ਖੜ੍ਹੇ ਨੇ, ਬੇਸ਼ੁਮਾਰ ਮੌਲਵੀ, ਇੰਨਾ ਮੌਲਵੀ ਖੜ੍ਹਾ, ਅਤੇ ਉਹਨਾਂ ਦੀਆਂ ਦਾੜ੍ਹੀਆਂ ਜ਼ਿਗਜ਼ੈਗ, ਇੱਕ ਨੇ ਇੱਧਰ ਸੁੱਟੀ ਇੱਕ ਨੇ ਇੱਧਰ ਸੁੱਟੀ, ਅਤੇ ਸ਼ਕਲਾਂ ਉਹਨਾਂ ਦੀਆਂ ਸੂਰ ਔਰ ਬਾਂਦਰ ਵਰਗੀਆਂ। ਮੇਰੇ ਕੋਲ ਇੱਕ ਸ਼ਖਸ ਖੜ੍ਹਾ, ਮੈਂ ਕਿਹਾ ਮੇਰੇ ਖਾਲੂ ਖਾਲਾ ਮੈਨੂੰ ਤਬਲੀਗ ਕਰਦੇ ਸਨ ਕਿ 14ਵੀਂ ਸਦੀ ਦੇ ਸੂਰ। ਮੈਂ ਕਿਹਾ ਖੜ੍ਹੇ, ਮੈਂ ਐਸਾ ਕਰਕੇ ਨਾ ਮੌਲਵੀਆਂ ਸ਼ਰਕ। ਉਹ ਕਿਹੜਾ ਬੰਦਾ ਮੇਰੇ ਕੋਲ ਖੜ੍ਹਾ, ਉਹ ਨਾ ਪਹਾੜੀਆਂ ਇੰਝ ਕਰਕੇ ਵੇਖ ਕੇ ਕਹਿੰਦਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ। ਮੈਂ ਕਿਹਾ ਕੌਣ ਆ ਗਏ? ਇੱਧਰੋਂ ਹੀ ਆਉਣਾ ਇੱਧਰੋਂ ਹੀ ਆਉਣਾ। ਮੈਂ ਕਿਹਾ ਕੌਣ ਆਇਆ? ਕਹਿੰਦਾ ਕੁਛ ਦੇਰ ਬਾਅਦ ਵੇਖਦਾ ਅਤੇ ਚਾਰੋਂ ਤਰਫ ਪਹਾੜੀਆਂ ਦੇ ਉੱਤੇ ਕਾਲਾ ਦੇ ਸਫੈਦ ਰੁਮਾਲ, ਹੱਥ 'ਚ ਡੰਡਾ ਅਤੇ ਬੈਜ, ਖੁਦਾਮ। ਉਹ ਮੈਂ ਕਿਹਾ ਤੇ ਰਵੇ ਦੇ ਮੁੰਡੇ ਨੇ? ਕਹਿੰਦਾ ਇਹਨਾਂ ਨੇ ਆਉਣਾ। ਉਹ ਉਤਰਨਾ ਸ਼ੁਰੂ ਕਰ ਦਿੰਦੇ, ਧੜ ਉਤਰਦੇ ਨੇ, ਆਉਂਦੇ ਮੌਲਵੀਆਂ ਨੂੰ ਉਹ ਮਾਰਦੇ ਨੇ। ਉਹ ਮੌਲਵੀ ਕਹਿੰਦੇ ਉਹ ਮੈਂ ਮਰ ਗਿਆ, ਉਹ ਮੈਂ ਮਰ ਗਿਆ। ਮੈਨੂੰ ਆਵਾਜ਼ਾਂ ਆ ਰਹੀਆਂ, ਮੈਨੂੰ ਆਵਾਜ਼ਾਂ ਬਹੁਤ ਜ਼ਬਰਦਸਤ ਆ ਰਹੀਆਂ ਕਿ ਅੱਛਾ। ਮੈਂ ਸੋਚਦਾ ਪਿਆ ਵਾਂ ਕਿ ਇੱਕ ਸਾਈਡ 'ਤੇ ਖੜ੍ਹਾ ਇਕੱਲਾ, ਮੈਂ ਸੋਚਦਾ ਪਿਆ ਹੋ ਸਕਦਾ ਮੇਰੇ ਵੱਲ ਵੀ ਨਾ ਆਉਣ ਮਾਰਨ ਵਾਸਤੇ। ਇਹਨੇ 'ਚ ਦੋ ਲੜਕੇ ਖੁਦਾਮ, ਬਾਅਦ 'ਚੋਂ ਜਦੋਂ MD ਹੋਇਆ ਉਦੋਂ ਮੈਨੂੰ ਪਤਾ ਲੱਗਾ ਇਹ ਖੁਦਾਮ ਸਨ। ਅਤੇ ਦੋ ਲੜਕੇ ਮੇਰੀ ਤਰਫ ਆਏ, ਉਹਨਾਂ ਨੇ ਆਪਸ ਦੇ ਵਿੱਚ ਉਹ ਮਿਲਾਏ ਹੋਏ ਦੋਵੇਂ ਕੰਧੇ, ਇੱਕ ਨੇ ਇੱਧਰ ਇੱਕ ਨੇ ਇੱਧਰ ਡੰਡਾ ਫੜਿਆ, ਇੱਕ ਨੇ ਇੱਧਰ ਡੰਡਾ ਫੜਿਆ, ਅਤੇ ਉਹ ਲੱਗੇ ਮੈਨੂੰ ਮਾਰਨ। ਮੈਂ ਉਹਨੂੰ ਕਿਹਾ ਕਿ ਮੈਂ ਨਹੀਂ ਕੀਤਾ ਕੁਛ, ਮੈਂ ਨਹੀਂ ਮਾਰਿਆ, ਮੈਂ ਨਹੀਂ ਕੁਛ ਕੀਤਾ। ਇਤਨੀ ਦੇਰ ਨੂੰ ਨਾ ਪਿੱਛੋਂ ਖਲੀਫਾ ਸਾਲਸ ਸਫੈਦ ਲਿਬਾਸ 'ਚ, ਨੂਰ ਦੀ ਛਾਵਾਂ, ਚਿਹਰੇ ਤੋਂ ਨੂਰ, ਹੱਥਾਂ 'ਚ ਮੇਰਾ ਬਾਜ਼ੂ ਪਕੜਿਆ। ਖਬਰਦਾਰ ਇਸੇ ਮਤ ਮਾਰੋ, ਇਹ MD ਹੈ, ਮਤ ਮਾਰੋ, ਇਹ MD ਹੈ। ਮੇਰਾ ਬਾਜ਼ੂ ਪਕੜ ਕੇ ਪਹਾੜੀ ਦੇ ਉੱਪਰ ਲੈ ਗਏ। MD ਹੋ ਕੇ ਇਨमें खड़े हो?
मैं हजूर की तरफ देखा, ख्वाब ख़त्म हो जाती। हांगकांग तो 1 महीने बाद मैं मस्जिद जाना, अहमदिया मस्जिद, उत्थे जाना, अस्सलाम वालेकुम वाले। मेरा एक रिश्तेदार अहमदी हो अगे बैठा, ओए वो तू इत्थे किस तरह आ गया? मैं क्या, मैं बैत करन आया। वो तू बैत करन आया? वो जल्दी बिठा लिया। उन्होंने मैं ख्वाब सुनाई, ख्वाब सुना के उन्होंने मेरा नाम लिखा तो हजूर नूं खत, उन्होंने कहता 10 जून सी उस दिन वो खत जाता हजूर, हजूर ने उसी वक्त बैत मंजूर की थी और वो खत मेरे को पिया। उस खत दे विच लिखिया खलीफा राबे रहमतुल्ला, उन्होंने मैनू खत का जवाब दिता 10 जून 1988 आपको ये तारीखी बैत मुबारक हो, इस दिन खिलाफत का इंतखाब हुआ था। मेरा एक बेटा फौत होया, 2 होए, 3 होए, चौथे बेटे ते डॉक्टरां दी कॉन्फ्रेंस बहती सी जर्मनी दे विच, ते रिश्तेदार है कहते सन ए पासपोर्ट वास्ते आमदी होया ते इनू जो पासपोर्ट मिलना ने आमदी छड़ देनी। उस तो बाद रिश्तेदारां ने अहमदी रिश्तेदारां ने कॉन्फ्रेंस की थी कि अगर ਇਹਦਾ ਮਸੀਹ ਤੇ ਸਹੀ ईमान होया यह बच्चा नहीं मरेगा। डॉक्टरों की कॉन्फ्रेंस बहती सी, अब बच्चा माशाअल्लाह पोते भी ने पोतियां भी ने, वो बच्चा पैदा होया। वो जरा बच्चा पैदा होया ना, उसकी उम्र इस वक्त 32 साल हो गई। वो असर पड़ रहा था, वो जरा मेरे बचपन दे विच तो लैके ना बैत करन तो पहले रब कित्थे है ते हज़रत मसीह अलैहिस्सलाम ने लिखिया मैं खुदा मिलाने आया हूँ, वो असल दे विच जो फिर खुदा तआला को मंगया, वो इन्नियां दुआवां हो रही सन, सीधे सीधा बोल लंबा सी, वो सीधे च इन्नियां दुआवां हो रही सन, एंड हो गई। अच्छा हुण मेरी आखिरी सुन ला, जे तेरा मसीह इमाम महदी मिर्ज़ा गुलाम अहमद सच्चा तो मेरा बच्चा ना मरे, मैनूं जिंदगी वाला चाहिए। यह लफज बोलन तो बाद एक लहर आती है, वो लहर वो मौत सी, वो दिल और दिमाग से आन के ठहर जाती है। तो मैनू आन के कहता ऐ पुत्र, ऐ पुत्र। मैं क्या, वो कहता मैं तेनों क्या पुत्र, मैं ओए होए होए। उस तो बाद सलाम फेरी, जिंदगी वाला खुदा ने पुत्र दिता, मोहम्मद ही आएगा मुर्दे जिंदा करेगा। उसे बीवी चो 3 फौत है, उस जिंदा रोज़ाना खुदा की हस्ती नूं दिखांदा, आ देख मैं मोहम्मद की सदाकत हाँ। कोई मैनू मक्के लै जाए, मदीने लै जाए, जिथे खलो के मैं कह दाँगा ए पुत्र इमाम महदी की सदाकत है, मिर्ज़ा गुलाम अहमद कादियानी दी। हुणे मैं थानू सारा वाक़या सुनाया, यह जरा वाक़या सुनाया कि अहले सुन्नत जां शियां चों सारियां चों मैं निकल के मैं आया। कि मैं जी हुण मैं गल कर लंगा ना, यह सिर्फ अपने सुन्नी भरावां वास्ते, दोस्तां वास्ते। मैं जिस वक्त अहमदी होया, मैनू किसी शख्स ने यह नहीं कहा कि उतों तू ला इलाहा इल्लल्लाह मुहम्मद रसूलुल्लाह पढ़ना ही, अंदरों मिर्ज़ा गुलाम अहमद रुकना। अगर यह लफज मैनू कहते ना, तो एक तो मैं जमात तो मैं आप दौड़ जाता, और मैं केड़ा मैनू कहेगा ना लफज, तो पहले तो उन्होंने मार दिंदा कि तू मैनू यह लफज। इन्ना कि मैं जोश रखता था, मैं ईद मुलादुन नबी ये ना पहाड़ियाँ बनाना सा, तो नबी करीम सल्लल्लाहु अलैहि वसल्लम के नाँ से लोगों को पैसे मंगने और नसोए। मैं शुरू तो नबी करीम सल्लल्लाहु अलैहि वसल्लम का आशिक हाँ, तो जी इश्क मुहम्मद सल्लल्लाहु अलैहि वसल्लम ने मिर्ज़ा गुलाम अहमद कादियानी ने बताया ना, वो इश्क का लखवां हिस्सा
पाकिस्तान च सुन्नी सारे आशक ने, अमल आने का नहीं, लेकिन आशक सारे ने। मैं इश्क मानना, मगर वो इश्क जहालत के रंग दे विच चला जाता। अगर इश्क सीखना, जमात अहमदिया दे विच आ जाओ। मौलवी की गल, एक किसी भी अहमदी नूं मिलो, वो आज तुहानू एक एक चीज़ मैं तुहानू बार बार कह रहा कि मैनू नहीं कहा गया कि ला इलाहा इल्लल्लाह मुहम्मद रसूलुल्लाह तो वह पढ़ना तो विचों आया पढ़ना। जिहड़ा शख्स अहमदी मैनू यह लफज कवे, सब तो पहले तो मैं उन्नू थां मार दियाँ। किसी आमदी होने तो बाद अज तक किसी ने मैनू नहीं कहा कि ला इलाहा इल्लल्लाह मुहम्मद रसूलुल्लाह तू है पढ़, अंदर मिर्ज़ा गुलाम अहमद। ते वो पेशवा हमारा, हिस्से है नूर सारा, नाम उसका है मोहम्मद, अलबर मेरा यही है। अस्सलाम वालेकुम।